गुरु की प्यारी साध संगत जी, इस तरह नारद जी ਨੂੰ ਮਿਲ ਕੇ ਗੁਰੂ ਜੀ ਅੱਗੇ ਤੁਰਦਿਆਂ ਸਮੁੰਦਰੀ ਟਾਪੂ ਆਇਆ। ਇੱਥੇ ਇੱਕ ਸੁੰਦਰ ਸ਼ਹਿਰ ਸੀ ਜਿਸ ਦੇ ਚਾਰੇ ਪਾਸੇ ਸੁੰਦਰ ਬਾਗ ਸਨ ਅਤੇ ਚੁਪੇਰੇ ਬੜੀ ਉੱਚੀ ਵਸੀਲ ਬਣੀ ਹੋਈ ਸੀ, ਮਾਨੋ ਕਿ ਐਡੀ ਉੱਚੀ ਵਸੀਲ ਬੱਦਲ ਰੋਕਣ ਵਾਸਤੇ ਬਣੀ ਹੋਈ ਸੀ। ਇੱਥੇ ਇੱਕ ਰਾਜਾ ਸੀ। ਸ਼ਹਿਰ ਤੋਂ ਬਾਹਰ ਰਮਣੀਕ ਜਗ੍ਹਾ ਵੇਖ ਕੇ ਗੁਰੂ ਜੀ ਬੈਠ ਗਏ। ਇੱਕ ਦਿਨ ਤੇ ਇੱਕ ਰਾਤ ਬੀਤ ਗਈ ਤਾਂ ਮਰਦਾਨੇ ਕਿਹਾ, ਗੁਰੂ ਜੀ ਮੈਂ ਸ਼ਹਿਰ ਵਿੱਚ ਜਾ ਆਵਾਂ, ਉੱਥੇ ਜਾ ਕੇ ਕੁਝ ਮੰਗ ਕੇ ਖਾ ਆਵਾਂ। ਤਾਂ ਗੁਰੂ ਜੀ ਨੇ ਬਾਲੇ ਵੱਲ ਵੇਖਿਆ, ਕਿਹਾ, ਬਾਲੇ ਮਰਦਾਨਾ ਕੀ ਆਖ ਰਿਹਾ ਹੈ? ਤਾਂ ਬਾਲੇ ਕਿਹਾ, ਗੁਰੂ ਜੀ ਜਾਤੀ ਸੁਭਾਅ ਹੈ, ਮੰਗ ਖਾਣ ਲਈ ਮਜਬੂਰ ਹੈ ਮਰਦਾਨਾ। ਤਾਂ ਗੁਰੂ ਜੀ ਨੇ ਕਿਹਾ, ਮਰਦਾਨੇ ਤੂੰ ਕਿਸ ਤੋਂ ਮੰਗੇਗਾ? ਤਾਂ ਮਰਦਾਨਾ ਬੋਲਿਆ, ਜੀ ਜਿਸ ਤੋਂ ਤੁਸੀਂ ਆਖੋਗੇ ਮੰਗ ਲਿਆਵਾਂਗਾ। ਮੇਰਾ ਇੱਥੇ ਕੋਈ ਆਪਣਾ ਜਾਂ ਮਿੱਤਰ ਦੋਸਤ ਨਹੀਂ ਹੈ। ਤਦ ਗੁਰੂ ਜੀ ਕਿਹਾ, ਮਰਦਾਨਿਆ ਇੱਥੇ ਇੱਕ ਪਾਖਰ ਨਾਮੀ ਤਰਖਾਣ ਹੈ, ਉਸ ਦਾ ਪੁੱਤਰ ਝੰਡਾ ਵਾਢੀ ਹੈ ਜੋ ਚੰਗੇ ਸੁਭਾਅ ਦਾ ਹੈ, ਤੂੰ ਉਸ ਦੇ ਘਰ ਜਾ। ਤਦ ਮਰਦਾਨਾ ਸ਼ਹਿਰ ਵੱਲ ਤੁਰ ਗਿਆ। ਪੁੱਛਦਾ ਪੁੱਛਦਾ ਝੰਡੇ ਵਾਢੀ ਦੇ ਘਰ ਗਿਆ। ਤਦ ਝੰਡੇ ਵਾਢੀ ਨੇ ਪੁੱਛਿਆ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਤਾਂ ਮਰਦਾਨੇ ਕਿਹਾ, ਮੇਰਾ ਨਾਮ ਮਰਦਾਨਾ ਹੈ, ਗੁਰੂ ਨਾਨਕ ਦੇਵ ਜੀ ਦਾ ਸਾਥੀ ਹਾਂ, ਸ਼ਹਿਰ ਦੇ ਬਾਹਰ ਬੈਠੇ ਨੇ, ਉਹਨਾਂ ਹੀ ਮੈਨੂੰ ਤੁਹਾਡੇ ਪਾਸ ਭੇਜਿਆ ਹੈ। ਅਸੀਂ ਦੇਸ਼ ਦੇ ਸ਼ਹਿਰ ਸ਼ਹਿਰ ਫਿਰਦੇ ਹਾਂ। ਤਾਂ ਝੰਡੇ ਵਾਢੀ ਨੇ ਕਿਹਾ, ਪਰ ਮੈਂ ਤੇ ਇਹ ਨਾ ਸੁਣਿਆ ਵੀ ਨਹੀਂ, ਉਹਨਾਂ ਨੂੰ ਕਦੀ ਵੇਖਿਆ ਵੀ ਨਹੀਂ, ਉਹਨਾਂ ਕਿਸ ਤਰ੍ਹਾਂ ਤੁਹਾਨੂੰ ਮੇਰੇ ਪਾਸ ਭੇਜਿਆ ਹੈ? ਤਾਂ ਮਰਦਾਨਾ ਬੋਲਿਆ, ਉਹਨਾਂ ਦੀ ਮਹਿਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਫਿਰ ਝੰਡੇ ਵਾਢੀ ਨੇ ਮਰਦਾਨੇ ਤੋਂ ਪੁੱਛਿਆ, ਉਹਨਾਂ ਦਾ ਭੇਖ ਕਿਸ ਤਰ੍ਹਾਂ ਦਾ ਹੈ? ਉਹਨਾਂ ਦੀ ਰੀਤ ਕੀ ਹੈ? ਮੈਂ ਦਰਸ਼ਨ ਕਰਨ ਜਾਵਾਂ ਤਾਂ ਕੀ ਭੇਟਾ ਲੈ ਜਾਵਾਂ? ਮਰਦਾਨੇ ਕਿਹਾ, ਉਹਨਾਂ ਨੂੰ ਨਾਨਕ ਤਪਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਰੀਰ ਦੇ ਭਗਵੇਂ ਕੱਪੜੇ ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਸਭ ਦੁੱਖ ਦੂਰ ਹੋ ਜਾਂਦੇ ਹਨ। ਤਾਂ ਝੰਡੇ ਵਾਢੀ ਆਪਣੀ ਘਰਵਾਲੀ ਨਾਲ ਸਲਾਹ ਕਰੀ ਕਿ ਕੋਈ ਵਰਕਤ ਫਕੀਰ ਜਾਪਦੇ ਨੇ, ਭੋਜਨ ਤਿਆਰ ਕਰ, ਮੈਂ ਲੈ ਕੇ ਚੱਲਦਾ ਹਾਂ। ਜਦੋਂ ਝੰਡਾ ਵਾਢੀ ਬਾਗ ਵਿੱਚੋਂ ਫਲ ਤੇ ਫੁੱਲ ਲੈ ਕੇ ਆਇਆ ਤਾਂ ਮਰਦਾਨੇ ਪੁੱਛਿਆ, ਹੇ ਭਾਈ, ਜਿਹੜਾ ਬੰਦਾ ਮੈਨੂੰ ਤੁਸਾਂ ਦੇ ਘਰ ਛੱਡ ਗਿਆ ਹੈ, ਤੁਹਾਡੇ ਪਾਸ ਬੜੇ ਪ੍ਰੇਮ ਨਾਲ ਬੈਠਾ ਸੀ, ਕੌਣ ਸੀ? ਝੰਡੇ ਵਾਢੀ ਨੇ ਕਿਹਾ, ਇਸ ਦਾ ਨਾਂ ਇੰਦਰਸੈਨ ਹੈ, ਰਾਜੇ ਸੂਦਰਸੈਨ ਦਾ ਬਨੇਵਾ ਹੈ। ਸਾਡਾ ਦੋਵਾਂ ਦਾ ਬਹੁਤ ਪ੍ਰੇਮ ਹੈ। ਅਸੀਂ ਦੋਵੇਂ ਹੀ ਇਕੱਠੇ ਭਗਤੀ ਕਰਿਆ ਕਰਦੇ ਹਾਂ। ਬੜਾ ਚੰਗੇ ਸੁਭਾਅ ਵਾਲਾ ਹੈ, ਨਿਤਨੇਮ ਕਰਦੇ ਹਾਂ, ਗੁਰੂ ਦੇ ਉਪਦੇਸ਼ ਨੂੰ ਪੁਰਖਾਂ ਤੋਂ ਕਰਦੇ ਹਾਂ। ਤਾਂ ਮਰਦਾਨੇ ਕਿਹਾ, ਤੁਸੀਂ ਧੰਨ ਹੋ ਜੇ ਇੰਨੇ ਪ੍ਰਭੂ ਪਿਆਰੇ ਹੋ, ਤੁਸਾਂ ਆਪਣਾ ਤਨ ਮਨ ਭਗਤੀ ਚ ਰੰਗਿਆ ਹੈ। ਮਰਦਾਨੇ ਆਖਿਆ, ਜੇ ਭੋਜਨ ਤਿਆਰ ਹੋ ਗਿਆ ਤਾਂ ਚਲੋ, ਦੇਰ ਨਾ ਕਰੋ। ਮਰਦਾਨੇ ਦੀ ਗੱਲ ਸੁਣ ਝੰਡਾ ਵਾਢੀ ਤੁਰ ਪਿਆ। ਭੋਜਨ ਦੀ ਟੋਕਰੀ ਸਿਰ ਤੇ ਚੁੱਕ ਲਈ, ਮਰਦਾਨੇ ਨੂੰ ਅੱਗੇ ਕਰ ਪਿੱਛੇ ਪਿੱਛੇ ਤੁਰ ਪਿਆ। ਰਸਤੇ 'ਚ ਝੰਡਾ ਵਾਢੀ ਮਰਦਾਨੇ ਤੋਂ ਪੁੱਛਣ ਲੱਗਾ, ਜੇ ਨਾਨਕ ਤਪਾ ਹੈ ਉਸ ਨੂੰ ਕੀ ਕਹਿ ਕੇ ਬੁਲਾਈਏ? ਤਾਂ ਮਰਦਾਨੇ ਕਿਹਾ, ਭਾਈ ਸਤਿਕਾਰਤਾਰ ਆਖੀਦਾ। ਤਦ ਗੁਰੂ ਜੀ ਨੂੰ ਮੱਥਾ ਟੇਕ ਖੁਸ਼ੀ ਖੁਸ਼ੀ ਝੰਡਾ ਵਾਢੀ ਬੈਠ ਗਿਆ ਤੇ ਆਖਿਆ, ਜੀ ਮੈਂ ਪਰਮੇਸ਼ਵਰ ਦਾ ਭੇਜਿਆ ਤੁਹਾਡੇ ਦਰਸ਼ਨਾਂ ਲਈ ਆਇਆ ਹਾਂ, ਤੁਹਾਡੇ ਵਾਸਤੇ ਭੋਜਨ ਲੈ ਕੇ ਆਇਆ ਹਾਂ, ਸ਼ਰਧਾ ਨਾਲ ਤੁਸੀਂ ਛਕੋ ਤੇ ਮੇਰੇ ਮਨ ਦੀ ਆਸ ਪੂਰੀ ਕਰੋ। ਤਾਂ ਗੁਰੂ ਜੀ ਕਿਹਾ, ਉਸ ਪ੍ਰਮਾਤਮਾ ਨੂੰ ਪਛਾਣ ਸਕਦੇ ਹੋ ਜਿਸ ਨੂੰ ਸੁਰਜਨ ਖੋਜਦੇ ਨੇ, ਵੇਦ ਵੀ ਨੇਤ ਸੇਤ ਕਹਿੰਦੇ ਹਨ। ਝੰਡੇ ਵਾਢੀ ਕਿਹਾ, ਜੀ ਅਸੀਂ ਸਤ ਸੰਗੀ ਲੋਕ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਸਾਨੂੰ ਪਰਮਾਤਮਾ ਨੂੰ
ਮਿਲਣ ਦੀ ਅਭਿਲਾਸ਼ਾ ਹੈ। ਜਦੋਂ ਪੂਰਾ ਗੁਰੂ ਮਿਲ ਗਿਆ ਤਾਂ ਉਹ ਸਾਨੂੰ ਆਤਮਾ ਤੇ ਪ੍ਰਮਾਤਮਾ ਬਾਰੇ ਗਿਆਨ ਕਰਾਏਗਾ। ਤਾਂ ਗੁਰੂ ਜੀ ਕਿਹਾ, ਝੰਡੇ ਵਾਢੀ ਤੂੰ ਕਿਸ ਦੀ ਸੰਗਤ ਕਰਨਾ ਹੈ? ਤਾਂ ਝੰਡੇ ਵਾਢੀ ਨੇ ਕਿਹਾ, ਜੋ ਰਾਜੇ ਦਾ ਬਨੇਵਾ ਹੈ, ਇੰਦਰਸੈਨ ਮੇਰਾ ਮਿੱਤਰ ਵੀ ਹੈ। ਤਦ ਗੁਰੂ ਜੀ ਨੇ ਕਿਹਾ, ਹੈ ਜੋ ਭੋਜਨ ਲਿਆਂਦਾ ਹੈ ਇਸ ਦੇ 5 ਹਿੱਸੇ ਕਰੋ। ਤਦ ਬਾਲੇ ਨੇ ਭੋਜਨ ਦੇ 5 ਹਿੱਸੇ ਕੀਤੇ ਤੇ ਮਰਦਾਨੇ ਨੂੰ ਖਾਣ ਵਾਸਤੇ ਕਿਹਾ। ਮਰਦਾਨੇ ਕਿਹਾ, ਗੁਰੂ ਜੀ ਤੁਸੀਂ ਖਾਓਗੇ ਤਾਂ ਮੈਂ ਵੀ ਖਾਵਾਂਗਾ। ਤਾਂ ਗੁਰੂ ਜੀ ਨੇ ਕਿਹਾ, ਹੇ ਝੰਡੇ ਵਾਢੀ ਇੰਦਰਸੈਨ ਨੂੰ ਬੁਲਾ ਤਾਂ ਹੀ ਭੋਜਨ ਕਰਾਂਗੇ। ਝੰਡਾ ਵਾਢੀ ਇੰਦਰਸੈਨ ਨੂੰ ਬੁਲਾਉਣ ਚਲਾ ਗਿਆ। ਜਦੋਂ ਇੰਦਰਸੈਨ ਨੂੰ ਝੰਡੇ ਵਾਢੀ ਨੇ ਸੱਦਿਆ ਕਿ ਨਾਨਕ ਤਪਾ ਤੈਨੂੰ ਬੁਲਾ ਰਹੇ ਨੇ ਭੋਜਨ ਖਾਣ ਵਾਸਤੇ, ਤਾਂ ਉਹ ਬੜਾ ਖੁਸ਼ ਹੋਇਆ। ਮਨੋਂ ਮੁੱਦਤਾਂ ਪਿੱਛੋਂ ਕਿਸੇ ਪਿਆਸੇ ਨੂੰ ਅੰਮ੍ਰਿਤ ਮਿਲ ਗਿਆ ਹੋਵੇ ਤੇ ਝੰਡੇ ਵਾਢੀ ਦੇ ਨਾਲ ਤੁਰ ਪਿਆ। ਬੜੇ ਪ੍ਰੇਮ ਨਾਲ, ਬੜੇ ਉਤਸ਼ਾਹ ਨਾਲ ਗੁਰੂ ਜੀ ਨੂੰ ਨਮਸਕਾਰ ਕੀਤੀ। ਦੋਵੇਂ ਜਣੇ ਗੁਰੂ ਜੀ ਅੱਗੇ ਬੇਨਤੀ ਕਰਨ ਲੱਗੇ, ਹੇ ਮਹਾ ਮੋਕਸ਼ ਸੋਚ ਗਿਆਨ ਦੀ ਦਾਤ ਸਾਨੂੰ ਵੀ ਬਖਸ਼ੋ। ਸਾਡੇ ਮਨ ਵਿੱਚ ਬੜੇ ਚਿਰ ਦੀ ਇਹ ਆਸਾ ਹੈ। ਸਾਨੂੰ ਕਰੋੜਾਂ ਜਨਮ ਹੋ ਗਏ ਹਨ। ਅਸੀਂ ਆਪਣੇ ਆਪ ਨੂੰ ਭੁੱਲ ਕੇ 84 ਦੇ ਗੇੜੇ ਖਾਂਦੇ ਫਿਰਦੇ ਹਾਂ। ਇਸ ਤਰ੍ਹਾਂ ਦੀ ਬੇਨਤੀ ਸੁਣ ਕੇ ਭਗਤਾਂ ਨੂੰ ਦੱਬ ਚੋਂ ਕੱਢਣ ਵਾਲੇ ਸੂਰੇ ਨਾਨਕ ਬੋਲੇ, ਜੇ ਤੁਸੀਂ ਆਪਣੇ ਨਿਜ ਸਰੂਪ ਦੇ ਦਰਸ਼ਨ ਕਰਨੇ ਚਾਹੁੰਦੇ ਹੋ ਤਾਂ ਪਹਿਲੇ ਦਕਸ਼ਨਾ ਦਿਓ, ਫਿਰ ਗਿਆਨ ਨੂੰ ਸੁਣੋ ਤੇ ਜੋ ਵੀ ਵਸਤੂਆਂ ਹਨ ਸਭ ਮੈਨੂੰ ਦਿਓ। ਬਾਕੀ 7 ਬਚਨ ਹੈ, ਵਿਰਾਗ 'ਚ ਆ ਕੇ ਉਸ ਦਾ ਵਿਚਾਰ ਕਰੋ। ਜੋ ਸਹਿ ਸੁਭਾ ਗਿਆਨ ਹੋ ਜਾਂਦਾ ਹੈ ਉਸ ਨੂੰ ਸਾਰੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ੍ਹਾਂ 'ਚ ਇਹ ਗੁਣ ਨਹੀਂ ਹੈ, ਜੇ ਉਹ ਕੋਸ਼ਿਸ਼ ਵੀ ਕਰਨ ਤਾਂ ਵੀ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਪਦਾਰਥਾਂ 'ਚ ਲਿਪਟੇ ਰਹਿੰਦੇ ਹਨ। ਇਸ ਕਰਕੇ ਅਸਾਂ ਤੁਹਾਡੀ ਪਰਖ ਕੀਤੀ ਹੈ। ਤਾਂ ਦੋਵੇਂ ਬੋਲੇ, ਹੇ ਮਹਾਰਾਜ ਤੁਸੀਂ ਪੂਰਨ ਪੁਰਖ ਹੋ, ਹਰ ਤਰ੍ਹਾਂ ਨਾਲ ਪਰਖ ਕੇ ਸਾਨੂੰ ਸਭ ਉਪਦੇਸ਼ ਦਿਓ। ਜੋ ਵੀ ਸਾਡਾ ਹੈ ਤਨ ਮਨ ਸਮੇਤ ਸਭ ਤੁਹਾਡਾ ਹੋ ਗਿਆ, ਸਰਬੰਸ ਤੁਹਾਨੂੰ ਦੇ ਦਿੱਤਾ ਹੈ। ਤਦ ਗੁਰੂ ਜੀ ਆਖਣ ਲੱਗੇ, ਤੁਹਾਡੇ ਕੋਲ ਹੁਣ ਕੀ ਰਹਿ ਗਿਆ ਹੈ? ਤਾਂ ਉਹਨਾਂ ਆਖਿਆ, ਜੀ ਸਾਡੇ ਕੋਲ ਤਾਂ ਹੁਣ ਸਾਡਾ ਸਰੀਰ ਹੀ ਹੈ। ਤਾਂ ਗੁਰੂ ਜੀ ਕਿਹਾ, ਵਿਚਾਰ ਕਰਕੇ ਵੇਖੋ, ਸਰੀਰ ਵੀ ਸਥਿਰ ਰਹਿਣ ਵਾਲੀ ਚੀਜ਼ ਨਹੀਂ ਹੈ। ਇਸ ਕਰਕੇ ਇਸ ਨੂੰ ਵੀ ਸਾਡੀ ਭੇਟਾ ਕਰ ਦਿਓ ਤੇ ਪਿੱਛੋਂ ਗਿਆਨ ਹਾਸਲ ਕਰੋ। ਫਿਰ ਦੋਵਾਂ ਨੇ ਗੁਰੂ ਜੀ ਦੀ ਆਗਿਆ ਮੰਨ ਕੇ ਸਰੀਰ ਵੀ ਗੁਰੂ ਜੀ ਦੇ ਸਮਰਪਿਤ ਕਰ ਦਿੱਤਾ। ਤਾਂ ਗੁਰੂ ਜੀ ਨੇ ਕਿਹਾ, ਹੁਣ ਤੁਹਾਡੇ ਕੋਲ ਕੀ ਹੈ? ਤਦ ਆਖਣ ਲੱਗੇ, ਜੀ ਹੁਣ ਸਾਡੇ ਕੋਲ ਸਾਡਾ ਅੰਤਕਰਨ ਮਨ ਬੁੱਧੀ ਹੈ, ਇਸ ਤੋਂ ਸਿਵਾਏ ਕੋਈ ਨਿੱਜੀ ਵਸਤ ਨਹੀਂ ਹੈ। ਤਾਂ ਗੁਰੂ ਜੀ ਕਿਹਾ, ਅੰਤਕਰਨ ਵੀ 5 ਤੱਤਾਂ ਦਾ ਬਣਿਆ ਹੈ, ਇਸ ਕਰਕੇ ਇਹ ਵੀ ਅਸਤ ਹੈ, ਇਸ ਨੂੰ ਵੀ ਤੁਸੀਂ ਸਤ ਨਹੀਂ ਸਮਝ ਸਕਦੇ। ਤਾਂ ਉਹਨਾਂ ਆਖਿਆ, ਜੀ ਜਿਸ ਤਰ੍ਹਾਂ ਤੁਸੀਂ ਆਖੋਗੇ ਉਸ ਤਰ੍ਹਾਂ ਹੀ ਕਰਾਂਗੇ। ਗੁਰੂ ਜੀ ਅੰਤਕਰਨ ਨੂੰ ਵੀ ਭੇਟਾ ਚੜਾ ਕੇ ਗਿਆਨ ਵਿੱਚ ਸਮਾ ਜਾਓ। ਤਾਂ ਗੁਰੂ ਜੀ ਨੇ ਕਿਹਾ, ਤੁਹਾਨੂੰ ਕੋਈ ਸੰਸਾ ਹੈ ਤਾਂ ਦੱਸੋ। ਤਾਂ ਉਹ ਕਹਿਣ ਲੱਗੇ, ਗੁਰੂ ਜੀ ਸੰਸਾ ਸੰਕਲਪ ਤੋਂ ਪੈਦਾ ਹੁੰਦਾ ਹੈ। ਸੰਕਲਪ ਮਨ ਕਰਦਾ ਹੈ, ਮਨ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਤੇ ਸਾਡੇ ਸੰਸੇ ਖਤਮ ਹੋ ਗਏ ਹਨ। ਤਦ ਗੁਰੂ ਜੀ ਕਹਿਣ ਲੱਗੇ, ਹੋਮੇ ਤੁਸੀਂ ਪਹਿਲੇ ਹੀ ਸਾਨੂੰ ਦੇ ਚੁੱਕੇ ਹੋ। ਇਹਨਾਂ ਤੋਂ ਪਰੇ ਜੋ ਸੰਦੇਸ਼ ਹੈ ਉਹ ਸਾਨੂੰ ਦੱਸੋ ਤੇ ਉਸ ਦਾ ਉੱਤਰ ਲਵੋ। ਗੁਰੂ ਜੀ ਦੇ ਇਸ ਤਰ੍ਹਾਂ ਬਚਨ ਸੁਣ ਕੇ ਇੰਦਰਸੈਨ ਦੀ ਬੈਠੇ ਬੈਠੇ ਸਮਾਧੀ ਲੱਗ ਗਈ ਤੇ ਸਮਾਧੀ ਵਿੱਚ ਉਸਨੇ ਆਤਮਾ ਦੇ ਆਧਾਰ ਪੁਰਖ ਨੂੰ ਵੇਖਿਆ। ਇਸ ਤਰ੍ਹਾਂ ਉਪਦੇਸ਼ ਦੇ ਕੇ ਗੁਰੂ ਜੀ ਆਖਿਆ, ਹੁਣ ਇਹ ਭੋਜਨ ਛਕੋ। ਤਾਂ ਬਾਲੇ ਨੇ ਸਭ ਨੂੰ ਭੋਜਨ ਛਕਾਇਆ। ਜਦੋਂ
ਝੰਡੇ ਬਾਢੀ ਨੇ ਗੁਰੂ ਜੀ ਦੇ ਹੱਥੋਂ ਲੈ ਕੇ ਥੋੜਾ ਭੋਜਨ ਛਕਿਆ ਤਾਂ ਉਸ ਦੇ ਕਪਾਟ ਖੁੱਲ ਗਏ, ਉਸ ਦਾ ਮੋਹ ਖਤਮ ਹੋ ਗਿਆ, ਦਵੈਸ ਦੇ ਜੰਜਾਲਾਂ ਤੋਂ ਮੁਕਤ ਹੋ ਗਿਆ, ਉਸ ਦੀ ਬਿਰਤੀ ਜੁੜ ਗਈ, ਸਮਾਧੀ ਲਗਾਉਣ ਦੇ ਅਸਾਰ ਪੈਦਾ ਹੋ ਗਏ। ਇਸ ਤਰ੍ਹਾਂ ਬੈਠਿਆਂ 3 ਪਹਿਰ ਬੀਤ ਗਏ। ਜਦੋਂ ਇੱਕ ਪਹਿਰ ਰਾਤ ਰਹਿ ਗਈ ਤਾਂ ਗੁਰੂ ਜੀ ਨੇ ਇਸ਼ਨਾਨ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਸਮਾਧੀ ਹਟਾਈ ਤਾਂ ਗੁਰੂ ਜੀ ਨੇ ਇੰਦਰਸੈਨ ਨੂੰ ਕਿਹਾ, ਇਹ ਮੰਜੀ ਲੈ ਲੈ ਕੇ ਸ਼ਹਿਰ ਵਿੱਚ ਬੈਠ। ਤਾਂ ਇੰਦਰਸੈਨ ਆਖਿਆ, ਗੁਰੂ ਜੀ ਤੁਸੀਂ ਮੈਨੂੰ ਗਿਆਨ ਬਖਸ਼ਿਆ ਹੈ, ਹੁਣ ਮੇਰੀ ਕੋਈ ਹੋਰ ਤਮੰਨਾ ਨਹੀਂ ਹੈ, ਮੈਨੂੰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ ਹੈ। ਹੁਣ ਮੈਂ ਜਗਤ ਨੂੰ 3 ਕਾਲ ਵਿੱਚ ਅਨਹੋਇਆ ਸਮਝਦਾ ਹਾਂ। ਜਦੋਂ ਇਸ ਤਰ੍ਹਾਂ ਇੰਦਰਸੈਨ ਨੇ ਆਪ ਦਾ ਦ੍ਰਿੜ ਨਿਸ਼ਚਾ ਵਿਖਾਇਆ ਤਾਂ ਗੁਰੂ ਜੀ ਨੇ ਮੰਜੀ ਤੇ ਝੰਡੇ ਬਾਢੀ ਨੂੰ ਬਿਠਾਇਆ ਤੇ ਸਾਰੇ ਦੇਸ਼ ਦਾ ਗੁਰੂ ਬਣਾ ਦਿੱਤਾ। ਸਾਰੇ ਸ਼ਹਿਰ ਵਿੱਚ ਖਬਰ ਹੋ ਗਈ। ਇਹ ਖਬਰ ਰਾਜਾ ਸੁਦਰਸੈਨ ਤੱਕ ਵੀ ਪਹੁੰਚ ਗਈ ਕਿ ਇੱਕ ਤਪਾ ਸਾਧ ਸ਼ਹਿਰ 'ਚ ਆਇਆ ਹੈ। ਤਾਂ ਰਾਜੇ ਨੇ ਇੱਕ ਆਦਮੀ ਗੁਰੂ ਜੀ ਪਾਸ ਭੇਜਿਆ। ਰਾਜੇ ਦਾ ਆਦਮੀ ਗੁਰੂ ਜੀ ਪਾਸ ਆਇਆ। ਝੰਡੇ ਬਾਢੀ ਤੇ ਇੰਦਰਸੈਨ ਵੀ ਗੁਰੂ ਜੀ ਦੇ ਕੋਲ ਬੈਠੇ ਸਨ। ਉਹ ਆਦਮੀ ਪੁੱਛਣ ਲੱਗਾ ਕਿ ਨਾਨਕ ਤਪਾ ਕੌਣ ਹਨ? ਉਹਨਾਂ ਨੂੰ ਰਾਜੇ ਸੁਦਰਸੈਨ ਨੇ ਬੁਲਾਇਆ ਹੈ। ਤਾਂ ਇੰਦਰਸੈਨ ਨੇ ਕਿਹਾ, ਮੈਂ ਰਾਜਾ ਕੋਲ ਜਾਂਦਾ ਹਾਂ ਤੇ ਉਸ ਨੂੰ ਸਾਰੀ ਗੱਲ ਸਮਝਾਉਂਦਾ ਹਾਂ, ਉਹ ਮੇਰਾ ਮਾਮਾ ਲੱਗਦਾ ਹੈ। ਇੰਦਰਸੈਨ ਗੁਰੂ ਜੀ ਤੋਂ ਆਗਿਆ ਲੈ ਕੇ ਰਾਜੇ ਕੋਲ ਗਿਆ ਤੇ ਕਿਹਾ, ਹੇ ਰਾਜਨ, ਉਸ ਸਾਧੂ ਨੂੰ ਪ੍ਰਮਾਤਮਾ ਸਰੂਪ ਜਾਣ ਕੇ ਉਸਦੀ ਸ਼ਰਨ ਵਿੱਚ ਆ ਜਾਵੇਂ। ਉਹ ਊਣਿਆਂ ਨੂੰ ਭਰਮ ਵਾਲਾ, ਭਰਿਆਂ ਨੂੰ ਊਣੇ ਕਰਨ ਵਾਲੇ ਹਨ। ਹੇ ਰਾਜਨ, ਮਨ ਵਿੱਚ ਇਸ ਤਰ੍ਹਾਂ ਸਮਝ ਲੈ ਕੇ ਕੋਈ ਵੀ ਗੱਲ ਉਹਨਾਂ ਤੋਂ ਬਾਹਰੀ ਨਹੀਂ ਹੈ। ਤਦ ਰਾਜੇ ਨੇ ਕਿਹਾ, ਹੇ ਇੰਦਰਸੈਨ, ਜਿਸ ਤਰ੍ਹਾਂ ਤੂੰ ਆਖ ਰਿਹਾ ਹੈ, ਮੈਂ ਜਾ ਕੇ ਉਸ ਸਾਧੂ ਦੀ ਮੰਨਤ ਗ੍ਰਹਿਣ ਕਰਾਂਗਾ। ਮੈਂ ਪਹਿਲੇ ਵੀ ਉਹਨਾਂ ਦੀ ਮਹਿਮਾ ਸੁਣੀ ਹੈ। ਇਸ ਤਰ੍ਹਾਂ ਰਾਜਾ ਦਰਸ਼ਨ ਕਰਨ ਲਈ ਤਿਆਰ ਹੋ ਗਿਆ। ਡੰਡੇ ਸਮਾਨ ਲੰਮਾ ਪੈ ਕੇ ਰਾਜੇ ਨੇ ਗੁਰੂ ਜੀ ਨੂੰ ਸਲਾਮ ਕੀਤੀ। ਉਸ ਦਾ ਪ੍ਰੇਮ ਵੇਖ ਕੇ ਗੁਰੂ ਜੀ ਨੇ ਉਸ ਨੂੰ ਸ਼ੁਭ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਖਿਆ, ਹੇ ਰਾਜਨ, ਇੱਥੋਂ ਦਾ ਗੁਰੂ ਝੰਡੇ ਵਾਢੀ ਹੈ, ਕਦੀ ਉਸ ਦੀ ਬਰਾਬਰੀ ਨਹੀਂ ਕਰਨੀ। ਇਸ ਨੂੰ ਸਦਾ ਹੀ ਨਮਸਕਾਰ ਕਰੀ ਜੇ ਆਪਣਾ ਭਲਾ ਚਾਹੁੰਦਾ ਹੈ। ਇਸ ਤਰ੍ਹਾਂ ਸੁਦਰਸੈਨ ਨੂੰ ਆਖ ਕੇ ਗੁਰੂ ਜੀ ਨੇ ਅੱਗੇ ਚੱਲਣ ਦੀ ਤਿਆਰੀ ਕੀਤੀ। ਤਾਂ ਰਾਜੇ ਆਖਿਆ, ਗੁਰੂ ਜੀ, ਇਹ ਸਭ ਰਾਜ ਭਾਗ ਝੰਡੇ ਨੂੰ ਸੰਭਾਲ ਦਿਓ, ਮੈਨੂੰ ਆਪਣੇ ਨਾਲ ਲੈ ਚੱਲੋ, ਮੇਰਾ ਮਨ ਤੁਹਾਡੇ ਬਿਨਾਂ ਨਹੀਂ ਠਹਿਰਦਾ। ਇਸ ਤਰ੍ਹਾਂ ਆਖ ਰਾਜੇ ਦਾ ਕੰਠ ਰੁਕ ਗਿਆ ਅਤੇ ਉਹ ਪ੍ਰੇਮ ਵਿੱਚ ਵਿਆਕੁਲ ਹੋ ਗਿਆ। ਉਸ ਅੰਤਰ ਵਿਰਹੋ ਦਾ ਪਹਾੜ ਸ਼ਾਮੇ ਖੜੋਤਾ ਵੇਖ ਕੇ ਭੈਭੀਤ ਹੋਣ ਲੱਗਾ। ਤਦ ਗੁਰੂ ਜੀ ਨੇ ਰਾਜੇ ਦੀ ਇਹ ਪ੍ਰੇਮਮਈ ਦਸ਼ਾ ਵੇਖ ਕੇ ਆਖਿਆ, ਹੇ ਰਾਜੇ, ਤੂੰ ਦਿਲ ਛੋਟਾ ਨਾ ਕਰ, ਤੂੰ ਜਦੋਂ ਵੀ ਮੈਨੂੰ ਯਾਦ ਕਰੇਗਾ ਪਾ ਲਵੇਂਗਾ। ਹਰ ਵੇਲੇ ਮੈਨੂੰ ਆਪਣੇ ਨਾਲ ਹੀ ਸਮਝਣਾ। ਤੂੰ ਫਿਰ ਹੋਰ ਲੋਕ ਤੇ ਝੰਡਾ ਬਾਢੀ ਵੀ ਆ ਗਏ। ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਆਪ ਉੱਥੋਂ ਪਲਾਇਨ ਕੀਤਾ। ਸਮੁੰਦਰ ਦੀਆਂ ਗੱਲਾਂ ਵੀ ਕਰਦੇ ਜਾ ਰਹੇ ਸਨ। ਅਗਾਂਹ ਇੱਕ ਟਾਪੂ ਆ ਗਿਆ। ਗੁਰੂ ਜੀ ਉਸ ਟਾਪੂ ਵਿੱਚ ਚਲੇ ਗਏ। 2 ਕੋਹ ਅੱਗੇ ਜਾ ਕੇ ਗੁਰੂ ਜੀ ਬੈਠ ਗਏ। ਇਸ ਤਰ੍ਹਾਂ ਬੈਠਿਆਂ ਨੂੰ 3 ਦਿਨ ਬੀਤ ਗਏ। ਤਾਂ ਗੁਰੂ ਜੀ ਨੂੰ ਮਰਦਾਨੇ ਨੇ ਕਿਹਾ, ਜੇ ਆਗਿਆ ਹੋਵੇ ਤਾਂ ਮੈਂ ਸ਼ਹਿਰ ਜਾ ਆਵਾਂ, ਜਲਦੀ ਵਾਪਸ ਆ ਜਾਵਾਂਗਾ। ਤਦ ਗੁਰੂ ਜੀ ਹੱਸ ਪਏ ਤੇ ਮਰਦਾਨੇ ਨੂੰ ਆਖਣ ਲੱਗੇ, ਮਰਦਾਨੇ, ਤੈਨੂੰ ਭੁੱਖ ਲੱਗ ਗਈ? ਤਾਂ ਮਰਦਾਨੇ ਕਿਹਾ, ਗੁਰੂ ਜੀ, ਤੁਹਾਡੇ ਤੇ ਕੋਈ ਭੁੱਖ ਤੈ ਨਹੀਂ ਲੱਗਦੀ।
ਪਰ ਮੈਨੂੰ ਭੁੱਖ ਪਿਆਸ ਦਾ ਬੜਾ ਦੁੱਖ ਹੈ। ਤਦ ਗੁਰੂ ਜੀ ਨੇ ਕਿਹਾ, ਮਰਦਾਨੇ ਦਿਲ ਨਹੀਂ ਭੁਲਾਈਦਾ, ਪਰਮਾਤਮਾ ਤੇ ਯਕੀਨ ਰੱਖ। ਜਿੱਥੇ ਬੈਠੇ ਹਾਂ ਪਰਮਾਤਮਾ ਕੋਈ ਨਾ ਕੋਈ ਵਿਧ ਜ਼ਰੂਰ ਬਣਾ ਦੇਵੇਗਾ। ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰ ਰਹੇ ਸਨ। ਅੱਗੇ ਬਹੁਤ ਸਾਰੇ ਸੂਰ ਆਉਂਦੇ ਵੇਖੇ ਅਤੇ ਬਹੁਤ ਸਾਰੇ ਮਿਰਗ ਆ ਰਹੇ ਸਨ। ਉਹਨਾਂ ਡਰਦਿਆਂ ਮਾਰਿਆਂ ਨੇ ਮੂੰਹ ਉਤਾਂਹ ਨੂੰ ਚੁੱਕੇ ਹੋਏ ਸਨ। ਉਹਨਾਂ ਦੇ ਪਿੱਛੇ ਬਾਜ ਛੱਡੇ ਹੋਏ ਸਨ। ਉਹਨਾਂ ਦੇ ਪਿੱਛੇ ਘੋੜੇ ਦੌੜਾਏ ਸਨ ਤੇ ਸਭ ਤੋਂ ਪਿੱਛੇ ਰਾਜਾ ਜਾ ਰਿਹਾ ਸੀ, ਜਿਸ ਦੀ ਬੜੀ ਸੋਹਣੀ ਛਵੀ ਸੀ। ਗੁਰੂ ਜੀ ਨੂੰ ਬੈਠਿਆ ਵੇਖ ਕੇ ਚੱਲ ਕੇ ਗੁਰੂ ਜੀ ਕੋਲ ਆਇਆ। ਕੌਣ ਹੋ ਤੁਸੀਂ? ਇੱਥੇ ਜੰਗਲ 'ਚ ਕਿਉਂ ਬੈਠੇ ਹੋ? ਮਰਦਾਨੇ ਤੋਂ ਪੁੱਛਣ ਲੱਗਾ। ਮਰਦਾਨਾ ਪਹਿਲੇ ਹੀ ਭੁੱਖ ਦਾ ਸਤਾਇਆ ਗੁੱਸੇ ਹੋਏ ਬੈਠਾ ਸੀ। ਆਖਣ ਲੱਗਾ, ਤੈਨੂੰ ਦਿਸਦਾ ਨਹੀਂ ਅਸੀਂ ਆਦਮੀ ਹਾਂ, ਹੋਰ ਕੀ ਹਾਂ? ਤੇ ਆਖਣ ਲੱਗਾ, ਤੈਨੂੰ ਦਿਸਦਾ ਨਹੀਂ ਅਸੀਂ ਫਕੀਰ ਹਾਂ। ਇਸ ਤਰ੍ਹਾਂ ਟੇਢੀ ਜਿਹੀ ਨਜ਼ਰ ਨਾਲ ਤੱਕ ਕੇ ਫਿਰ ਮਰਦਾਨੇ ਨੇ ਉਸ ਵੱਲ ਨਾ ਤੱਕਿਆ ਤਾਂ ਬਾਲੇ ਨੇ ਸਮਝਿਆ ਗੁਰੂ ਜੀ ਚੁੱਪ ਹਨ, ਮਰਦਾਨਾ ਖਿਝਿਆ ਪਿਆ ਹੈ। ਰਾਜੇ ਨੂੰ ਆਖਣ ਲੱਗਾ, ਭਾਈ ਅਸੀਂ ਪਰਦੇਸੀ ਹਾਂ, ਸਾਡੀ ਕਿਸੇ ਨਾਲ ਕੋਈ ਜਾਣ ਪਛਾਣ ਨਹੀਂ ਹੈ। ਅਸੀਂ ਸੰਤ ਲੋਕ ਹਾਂ, ਦੇਸ਼ ਵਿਦੇਸ਼ ਦੀ ਸ਼ਹਿਰ ਪਈ ਕਰਦੇ ਹਾਂ। ਇੱਧਰ ਟਾਪੂ ਦਾ ਪਤਾ ਲੱਗਾ ਤਾਂ ਇੱਧਰ ਸ਼ਹਿਰ ਕਰਨ ਆ ਨਿਕਲੇ। ਤਾਂ ਰਾਜਾ ਮੱਦਰ ਸੈਨ ਨੇ ਆਖਿਆ, ਮੈਨੂੰ ਪਤਾ ਲੱਗਾ ਇੱਧਰ ਕੋਈ ਨਾਨਕ ਤਪਾ ਆਇਆ ਹੈ, ਜਿਸ ਨੇ ਪਿਛਲੇ ਟਾਪੂ 'ਚ ਝੰਡੇ ਬਾਡੀ ਨੂੰ ਉੱਥੋਂ ਦਾ ਗੁਰੂ ਬਣਾਇਆ ਹੈ ਤੇ ਰਾਜੇ ਸੁਦਰਸ਼ੈਨ ਨੂੰ ਬਹੁਤ ਵਧਾਇਆ ਹੈ। ਹਾਂ ਹਾਂ, ਉਹੀ ਨਾਨਕ ਤਪਾ, ਬਾਲੇ ਨੇ ਕਿਹਾ। ਤਾਂ ਮੱਦਰ ਸੈਨ ਖੁਸ਼ ਹੋਇਆ। ਗੁਰੂ ਜੀ ਨੂੰ ਨਮਸਕਾਰ ਕਰਕੇ ਮਹਿਲਾਂ 'ਚ ਜਾਣ ਲਈ ਬੇਨਤੀ ਕਰਨ ਲੱਗਾ, ਮੇਰੇ ਮਹਿਲਾਂ ਨੂੰ ਪਵਿੱਤਰ ਕਰੋ, ਭੰਡਾਰਾ ਬਣਾਓ ਅਤੇ ਛਕੋ, ਚੰਗੇ ਚੰਗੇ ਕੱਪੜੇ ਪਹਿਨੋ। ਜੋ ਤੁਸੀਂ ਸ਼ਹਿਰ 'ਚ ਨਹੀਂ ਜਾਣਾ ਚਾਹੁੰਦੇ ਤਾਂ ਇੱਥੇ ਪਹੁੰਚਾ ਦਿੰਦਾ ਹਾਂ। ਤਾਂ ਗੁਰੂ ਜੀ ਨੇ ਬਚਨ ਉਚਾਰੇ। ਗੁਰੂ ਜੀ ਦੇ ਬਚਨ ਸੁਣ ਕੇ ਰਾਜਾ ਦੋਵੇਂ ਹੱਥ ਜੋੜ ਕੇ ਆਖਣ ਲੱਗਾ, ਮੈਨੂੰ ਪ੍ਰੇਮ ਅਧਿਕਾਰੀ ਸਮਝ ਕੇ ਉਪਦੇਸ਼ ਦਿਓ। ਬਾਰ-ਬਾਰ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਾ ਤੇ ਬੜੇ ਪ੍ਰੇਮ ਬਚਨ ਹੋਏ। ਗੁਰੂ ਜੀ ਕਿਹਾ, ਹੇ ਰਾਜਨ, ਇਹ ਸੰਸਾਰ ਮਿਥਿਆ ਹੈ, ਜੋ ਦ੍ਰਿਸ਼ਟ ਸਭ ਵਿਨਾਸ਼ ਹੋਣ ਵਾਲਾ ਹੈ। ਜਿਸ ਤਰ੍ਹਾਂ ਅਗਿਆਨ ਰੱਸੀ ਦਾ ਸੱਪ ਨਜ਼ਰ ਆਉਂਦਾ ਹੈ, ਇਸੇ ਤਰ੍ਹਾਂ ਸੰਸਾਰ ਵੀ ਝੂਠਾ ਹੈ। ਇਸ ਸੰਸਾਰ ਨੂੰ ਨਾਸਵਾਨ ਜਾਣ ਕੇ ਹੀ ਸਤਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸੇ ਵਿੱਚ ਹੀ ਇਸ਼ਨਾਨ ਦਾ ਪਾਰ ਉਤਾਰਾ ਹੈ। ਜਿਸ ਤਰ੍ਹਾਂ ਕਾਗਜ਼ ਤੇ ਸਿਫਰ ਲਿਖਣ ਨਾਲ ਏਕੇ ਤੋਂ ਬਿਨਾਂ ਕੋਈ ਰਕਮ ਨਹੀਂ ਬਣ ਸਕਦੀ, ਇਸੇ ਤਰ੍ਹਾਂ ਪਰਮਾਤਮਾ ਦੇ ਇੱਕ ਨਾਮ ਤੋਂ ਬਿਨਾਂ ਬਾਕੀ ਸਭ ਸਾਜੋ ਸਮਾਨ ਵਿਅਰਥ ਹੈ। ਜੇ ਪਹਿਲੇ ਇੱਕ ਨਾਮ ਰੂਪੀ ਇੱਕ ਲਿਖ ਲਵੇ ਤਾਂ ਸੰਸਾਰ ਰੂਪੀ ਸਿਰਫ ਦਾ ਵੀ ਅਰਧ ਬਣ ਜਾਂਦਾ ਹੈ। ਜੇ ਏਕੇ ਦੇ ਨਾਲ ਇੱਕ ਇੱਕ ਸਿਫਰ ਲਿਖਦੇ ਜਾਈਏ ਤਾਂ ਉਸ ਵਿੱਚ 10 ਗੁਣਾ ਵਾਧਾ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਹੀ ਨਾਮ ਦੇ ਪ੍ਰਤਾਪ ਨੂੰ ਜਾਣ ਕੇ ਪੂਜਾ ਵਰਤ ਨੇਮ ਨਾਲ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਏ ਤਾਂ ਉਸ ਦਾ 10 ਗੁਣਾ ਹੋ ਜਾਂਦਾ ਹੈ, ਮੁਕਤੀ ਹੋ ਜਾਂਦੀ ਹੈ। ਸਭ ਤੋਂ ਸ਼੍ਰੋਮਣੀ ਨਾਮ ਹੀ ਹੈ। ਇਸ ਕਰਕੇ ਸਭ ਚੀਜ਼ਾਂ ਦਾ ਧਿਆਨ ਛੱਡ ਕੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਗੁਰੂ ਜੀ ਦੇ ਪਵਿੱਤਰ ਬਚਨ ਸੁਣ ਕੇ ਮਨ ਨਾਮ 'ਚ ਰੰਗਿਆ ਗਿਆ ਅਤੇ ਪਰਮਾਤਮਾ ਦੀ ਭਗਤੀ ਕਰਨ ਲੱਗਾ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਮੇਰੇ ਨਾਲ ਚੱਲੋ। ਬੜੇ ਸੁੰਦਰ ਮਹਿਲ ਖੂਬਸੂਰਤ ਢੰਗ ਨਾਲ ਸਜਾਏ ਗਏ ਹਨ। ਉਹਨਾਂ ਦੀ ਦੁਰਗਤ ਬੁੱਧੀ ਖਤਮ ਹੋ ਗਈ। ਸਾਰਾ ਦੇਸ਼ ਗੁਰੂ ਜੀ ਦਾ ਨਾਮ ਜਪਣ ਲੱਗਾ। ਮੱਦਰ ਸੈਨ ਸੰਸਾਰਕ ਬੰਧਨ ਤੋੜ ਕੇ ਮੁਕਤ ਹੋ ਗਿਆ ਅਤੇ
ਉਸ ਦੇ ਹਿਰਦੇ 'ਚ ਆਤਮ ਪ੍ਰਕਾਸ਼ ਦਾ ਗਿਆਨ ਹੋ ਗਿਆ ਅਤੇ ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਕਰਨ ਲੱਗਾ। ਮਰਦਾਨੇ ਦੇ ਮਨ 'ਚ ਵੀ ਹਉਮੈ ਦਾ ਤਿਆਗ ਹੋ ਗਿਆ। ਉਸ ਦੇ ਸਾਰੇ ਭਰਮ ਭਉ ਮਿਟ ਗਏ। ਸ਼ਹਿਰ ਵਿੱਚ ਧਰਮਸ਼ਾਲਾ ਬਣਾਈ ਗਈ ਤੇ ਹਰ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਜ਼ਾਦਾ ਸ਼ੁਰੂ ਹੋਈ। ਕੁਝ ਦਿਨ ਗੁਰੂ ਜੀ ਰਾਜੇ ਮਦਰ ਸ਼ਹਿਣ ਕੋਲ ਰਹੇ ਤੇ ਇੱਕ ਦਿਨ ਗੁਰੂ ਜੀ ਨੇ ਉਸ ਨੂੰ ਆਖਿਆ ਕਿ ਤੂੰ ਰਾਜੇ ਸੁਦਰ ਸ਼ਹਿਣ ਦੀ ਈਣ ਮੰਨ ਲੈ। ਤਾਂ ਮਦਰ ਸ਼ਹਿਣ ਨੇ ਕਿਹਾ, ਠੀਕ ਹੈ ਗੁਰੂ ਜੀ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸ ਤਰ੍ਹਾਂ ਹੀ ਕਰਾਂਗਾ। ਤੁਹਾਡੀ ਆਗਿਆ ਬਿਨਾ ਕਿਸੇ ਸੋਚ ਵਿਚਾਰ ਤੋਂ ਮੇਰੇ ਸਿਰ ਮੱਥੇ। ਗੁਰੂ ਜੀ ਨੇ ਕਿਹਾ, ਹੇ ਰਾਜਨ, ਹੁਣ ਅਸੀਂ ਤੈਥੋਂ ਵਿਦਿਆਗੀ ਚਾਹੁੰਦੇ ਹਾਂ। ਤਦ ਰਾਜੇ ਨੇ ਨਿਮਰਤਾ ਸਹਿਤ ਸੀਸ ਝੁਕਾਇਆ ਤੇ ਕਿਹਾ, ਗੁਰੂ ਜੀ ਥੋੜੇ ਦਿਨ ਹੋਰ ਮੇਰੇ ਪਾਸ ਰਹਿਣ ਦੀ ਕਿਰਪਾਲਤਾ ਕਰੋ। ਗੁਰੂ ਜੀ 2 ਦਿਨ ਹੋਰ ਰੋਕ ਕੇ ਫਿਰ ਅਗਾਂਹ ਚੱਲ ਪਏ। ਸਾਰਾ ਦੇਸ਼ ਲੰਘ ਕੇ ਗੁਰੂ ਫਿਰ ਸਮੁੰਦਰ ਤੇ ਤੁਰਨ ਲੱਗੇ। ਮੂਰੇ ਮੂਰੇ ਗੁਰੂ ਜੀ, ਪਿੱਛੇ ਬਾਲਾ ਤੇ ਮਰਦਾਨਾ ਜਾ ਰਹੇ ਸਨ। ਅਨੇਕਾਂ ਤਰ੍ਹਾਂ ਦੇ ਹਾਸੇ ਮਖੌਲ ਕਰਦੇ ਗੁਰੂ ਜੀ ਅੱਗੇ ਜਾ ਰਹੇ ਸਨ।